नानेकी कार करदम मम ईंचनी अहवाल बद बखत हम चो बखील गाफिल बेनजर बेबाक नानक बगोयद जन तोरा तेरे चाकरां पाक हाक। वाहिगुरु साहिब जी। श्री राग महला पंजवा। जाको मुश्किल अत बनै ढोई कोय ना दे लागू होए दुश्मना साक भे भज खरे सबो भजे आसरा चुकै सब असराओ चित आवे ओस पार ब्रह्म लगे ना तती वाओ। साहिब ने ताणिया का ताण आए ना जाई थिर सदा गुर सबदी सच जान रहाओ। जे को होवै दुबला नंग भुख की पीर दमड़ा पलै ना पवै ना को देवै धीर। स्वार्थ स्वाओ ना को करे ना किछ होवै काज चित आवै ओस पार ब्रह्म तां निहचल होवै राज। जां को चिंता बहुत बहुत देही व्यापै रोग गृहस्थ कोटांब पलेटिया कदे हरख कदे सोग। गौण करे चौकुंठ का घड़ी ना बैसन सोए चित आवै ओस पार ब्रह्म तन मन शीतल होए। काम क्रोध मोह वश किया कृपण लोभ प्यार चारे किल विख उन अग किए होआ असुर संहार। पोथी गीत कवित कश किश कदे ना करन धरिया चित आवै ओस पार ब्रह्म ता निमक सिमरत तरिया। साष्ट सिमरत वेद चार मुखागर बिचरे तपे तपीसर जोगिया तीर्थ गमन करे। खट कर्मा ते दुगणे पूजा करता नहाए रंग न लगी पार ब्रह्म ता सर पर नरके जाए। राज मिलक सिकदारिया
ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੁਹਾਣੇ, ਚੱਲੇ ਹੁਕਮ ਅਫਾਰ। ਰੰਗ ਤਮਾਸੇ ਬਹੁ ਵਿਧੀ, ਚਾਹੇ ਲੱਗ ਰਿਹਾ, ਚਿਤ ਨ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੂਣ ਗਿਆ। ਬਹੁਤ ਧਨਾੜ ਅਚਾਰਵੰਤ, ਸੋਭਾ ਨਿਰਮਲ ਰੀਤ। ਮਾਤ ਪਿਤਾ ਸੁਤ ਭਾਈਆ, ਸਾਜਨ ਸੰਗ ਪ੍ਰੀਤ। ਲਸਕਰ ਤਰਕਸ ਬੰਦ ਬੰਦ, ਜੀਓ ਜੀਓ ਸਗਲੀ ਕੀਤ। ਚਿਤ ਨ ਆਇਓ ਪਾਰ ਬ੍ਰਹਮ, ਤਾਂ ਖੜ ਰਸਾਤਲ ਦੀਤ। ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ। ਮਿਰਤ ਨ ਆਵੀ ਚਿਤ ਤਿਸ, ਅਹਨਿਸ ਭੋਗੈ ਭੋਗ। ਸਭ ਕਿਛ ਕੀ ਤੋਣ ਆਪਣਾ, ਜੀਐ ਨ ਸੰਕ ਧਰਿਆ। ਚਿਤ ਨ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਭਰਿਆ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੈ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈਐ, ਤਿਉਂ ਤਿਉਂ ਹਰਸਿਓ ਰੰਗ। ਦੋਹਾਂ ਸਿਰਿਆਂ ਕਾ ਖਸਮ ਆਪ ਹੈ, ਅਵਰ ਨਾ ਦੂਜਾ ਥਾਓ। ਸਤਿਗੁਰ ਤੁਠੇ ਪਾਇਆ, ਨਾਨਕ ਸੱਚਾ ਨਾਉ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਵਿੱਚ ਸੱਜ ਬੈਠੇ, ਜੁੜ ਬੈਠੇ, ਮਿਲ ਬੈਠੇ ਗੁਰੂ ਪਿਆਰਿਓ, ਵੱਡਿਆਂ ਭਾਗਾਂ ਵਾਲੇ ਦੀਪ ਦੇ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਜੁੜ ਬੈਠਣ ਦਾ ਸੁਹਾਵਣਾ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ 70 ਅੰਕ ਦੇ ਉੱਤੇ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਨੇ ਸ੍ਰੀ ਰਾਗ ਮਹੱਲਾ ਪੰਜਵਾ, ਸ੍ਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਇਲਾਹੀ ਫਰਮਾਨ ਬਖਸ਼ੇ ਹੋਏ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਫਰਮਾਨ ਜਿਹੜੇ ਨੇ ਉਹਦੇ ਘਰ ਵਿੱਚ ਆਉਣ ਵਾਲੇ, ਜਿਹਨੇ ਆਪਣੀ ਭੁੱਲ ਨੂੰ ਮਹਿਸੂਸ ਕਰ ਲਿਆ, ਉਹਦੇ ਵਾਸਤੇ ਹੈ। ਕਿਉਂਕਿ ਸਿੱਖੀ ਦੇ ਵਿੱਚ ਦੋ ਪੱਖ ਨੇ। ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਸ਼ੁਰੂ ਕਰਾਂਗੇ ਤੇ ਉੱਥੇ ਆਏਗਾ, ਮਸਾਫੇ ਜ਼ਿੰਦਗੀ ਮੇਂ ਸੀਰ ਤੇ ਫੌਲਾਦ ਪੈਦਾ ਕਰ, ਸ਼ਾਬੇਸ਼ਤਾਨੇ ਮੇਂ ਹਰੀਰੋਂ ਹੋ ਪਰਨਿਆ ਜਾ। ਕਿ ਜੇ ਤੇਰੇ ਅੱਗੇ ਕੋਈ ਵੈਰੀ ਬਣ ਕੇ ਆਇਆ ਹੈ ਤੇ ਉੱਥੇ ਤੇਰਾ ਕੰਮ ਹੈ ਫੌਲਾਦ ਬਣ ਕੇ ਖੜਨਾ। ਯਾਦ ਰੱਖਿਓ ਕਿ ਲੋਹਾ ਫੌਲਾਦ ਨਹੀਂ ਹੁੰਦਾ, ਲੋਹੇ ਨੂੰ ਫੌਲਾਦ ਬਣਾਇਆ ਜਾਂਦਾ ਹੈ। ਲੋਹੇ ਨੂੰ ਇੰਨਾ ਕਮਾਇਆ ਜਾਂਦਾ ਹੈ ਕਿ ਉਹ ਫੌਲਾਦ ਦਾ ਬਣੀ ਹੋਈ ਕਿਰਪਾਨ, ਫੌਲਾਦ ਦੀ ਬਣੀ ਹੋਈ ਹਥਿਆਰ ਜਿਹੜਾ ਹੈ,
ਲੋਹੇ ਨੂੰ ਵੀ ਛਿੱਲ ਦਿੰਦਾ ਹੈ, ਉਹ ਮੁੜਦਾ ਨਹੀਂ, ਟੁੱਟ ਤੇ ਸਕਦਾ ਹੈ, ਪਰ ਯਾਦ ਰੱਖਿਓ ਕਿ ਆਖਿਓ ਮੁੜ ਜਾਵੇ, ਲਿਫ ਜਾਵੇ, ਇਹ ਨਹੀਂ ਹੋ ਸਕਦਾ। ਜੇ ਤੇ ਕੋਈ ਇਹੋ ਜਿਹਾ ਆਵੇ, ਬਲਕਿ ਸਾਡੇ ਇਤਿਹਾਸ 'ਚ ਵਾਪਰੀਏ, ਅਸੀਂ ਕਈ ਵਾਰੀ ਇੱਕ ਬਣੇ ਹਾਂ। ਸਿੱਖ ਪੰਥ ਦੀ ਮਹਾਨ ਹਸਤੀ ਭਾਈ ਘਨੱਈਆ ਜੀ, ਜੋ ਉਹਨਾਂ ਨੇ ਅਸਥਾਨ ਕਾਇਮ ਕੀਤਾ ਸੀ, ਉੱਥੇ ਜ਼ਕਰੀਆ ਖਾਂ ਦੇ ਵੇਲੇ ਜਿਹੜੀ ਸੇਵਾ ਸੀ ਉਹ ਭਾਈ ਅੱਡਣ ਸ਼ਾਹ ਜੀ ਦੇ ਕੋਲ ਸੀ। ਕੁਛ ਨਾਂ ਕਈ ਵਾਰੀ ਇਹੋ ਜਿਹੇ ਪ੍ਰਚਲਿਤ ਹੋ ਜਾਂਦੇ ਆ ਕਿ ਉਹ ਤਾਂ ਸਾਨੂੰ ਇਉਂ ਲੱਗਦਾ ਵੀ ਜਿਵੇਂ ਉਹ ਗੁਰੂ ਕੇ ਸਿੱਖ ਨਹੀਂ ਸੀ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਸ ਸਰੀਰ ਦੇ ਕੋਲੋਂ ਵੀ ਅੰਮ੍ਰਿਤ ਸੰਚਾਰ ਦੀ ਸੇਵਾ ਲੰਮਾ ਸਮਾਂ ਲਈ। ਸਾਡੇ 'ਚ ਵੀ ਐਸੇ ਸਿੰਘ ਸੀ ਜਿਨ੍ਹਾਂ ਦੇ ਨਾਮ ਮਸ਼ਹੂਰ ਹੋਰ ਸੀ, ਲੇਕਿਨ ਪੂਰੇ ਨਾਂ ਹੋਰ ਸੀਗੇ। ਸਾਡੇ 'ਚ ਇੱਕ ਸਿੰਘ ਸੀ, ਉਹਦਾ ਨਾਂ ਹਰ ਇੱਕ ਨੂੰ ਪਤਾ ਸੀ, ਉਹਦੇ ਪਿੰਡ 'ਚ ਵੀ ਪਤਾ ਸੀ ਕਿ ਬਿਧੀ ਚੰਦ ਹੈ, ਪਰ ਉਹਦਾ ਪੂਰਾ ਨਾਂ ਅੰਦਰੋਂ ਸਰਜੀਤ ਸਿੰਘ ਸੀਗਾ। ਤੇ ਜਦੋਂ ਅਸੀਂ ਭਾਈ ਘਨੱਈਆ ਜੀ ਦਾ ਨਾਂ ਲੈਂਦੇ ਹਾਂ, ਜਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਨਾਂ ਲੈਂਦੇ ਹਾਂ, ਭਾਈ ਅੱਡਣ ਸ਼ਾਹ ਦਾ ਨਾਂ ਲੈਂਦੇ ਹਾਂ, ਤੇ ਅਸੀਂ ਇਉਂ ਸਮਝਦੇ ਹਾਂ ਵੀ ਖਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਸਿੱਖ ਨਹੀਂ ਸੀ। ਤੇ ਉਹਨਾਂ ਦੇ ਇਸ ਕਰਕੇ ਹੀ ਜ਼ਕਰੀਆ ਖਾਂ ਨੇ ਭਾਈ ਅੱਡਣ ਸ਼ਾਹ ਜੀ ਨੂੰ ਸੱਦ ਲਿਆ ਸੀ। ਔਰ ਜਦੋਂ ਸੱਦਿਆ ਭਾਈ ਅੱਡਣ ਸ਼ਾਹ ਜੀ ਨੂੰ ਜ਼ਕਰੀਆ ਖਾਂ ਨੇ ਆਪਣੀ ਕਚਹਿਰੀ ਦੇ ਵਿੱਚ, ਤੇ ਉਹ ਕਹਿੰਦਾ, ਭਾਈ ਸਾਹਿਬ ਜੀ, ਮੈਨੂੰ ਖੁਸ਼ੀ ਏ ਵੀ ਤੁਸੀਂ ਮਰੇਲੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹੈ, ਤੁਸੀਂ ਤੇ ਸਲਾਹ ਕੁੱਲ ਗੁਰੂ ਨਾਨਕ ਸਾਹਿਬ ਦੇ ਉਪਾਸ਼ਕ ਜੇ ਨਾ, ਤੁਸੀਂ ਮਰੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਸਿੱਖ ਤੇ ਨਹੀਂ। ਤੇ ਭਾਈ ਅੱਡਣ ਸ਼ਾਹ ਜੀ ਕਿਸੇ ਵਜਦ ਵਿੱਚ ਆ ਗਏ, ਕਹਿਣ ਲੱਗੇ, ਜ਼ਕਰੀਆ ਖਾਂ, ਤੈਨੂੰ ਭੁਲੇਖਾ ਹੋਏਗਾ, ਮੈਂ ਮਰੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਸਿੰਘ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਸਾਨੂੰ ਦੱਸਿਆ ਕਿ ਸਾਡਾ ਜੋਤ ਗੁਰੂ ਨਾਨਕ ਸਾਹਿਬ ਹੈ, ਤੇ ਉਹ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਵਿੱਚ ਹੈ। ਪਰ ਕੱਲ ਨੂੰ ਨਿਸ਼ਚਾ ਕਰੀ, ਤੂੰ ਜੇ ਕੋਈ ਸਜ਼ਾ ਦੇਣੀ ਚਾਹੁੰਦਾ, ਕੋਈ ਮੌਤ ਦੇਣਾ ਚਾਹੁੰਦਾ, ਤੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ। ਜਾਂ ਜਿਵੇਂ ਸਿੱਖ ਧਰਮ ਦੇ ਵਿੱਚ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ, ਕੁਛ ਪ੍ਰਾਣੀ ਦੁਬਾਰਾ ਆਪਣੀ ਸ਼ੁਧਾਈ ਕਰਾਉਣ ਵਾਸਤੇ ਆਉਂਦੇ ਆ, ਤੇ ਕਈ ਸੱਜਣ ਅੱਜ ਵੀ ਕਹਿੰਦੇ ਆ ਜੀ ਉਹ ਸਜ਼ਾ ਹੁੰਦੀ, ਤਨਖਾਹ ਕਿਉਂ ਕਹਿੰਦੇ ਆ? ਨਹੀਂ, ਉਹ ਸਿੱਖੀ ਦੇ ਵਿੱਚ ਜਿਹੜਾ ਵਚਨ ਹੈ ਉਹ ਤਨਖਾਹ ਹੈ, ਲੇਕਿਨ ਉਹਦੀ ਤਨਖਾਹ ਜਿਹੜੀ ਹੁੰਦੀ ਹੈ ਉਹ ਗੁਰਮਤਿ ਨੇ ਨੀਅਤ ਕੀਤੀ ਹੈ ਵੀ ਉਹਨੂੰ ਜਪਜੀ ਸਾਹਿਬ ਦੇ ਪਾਠ ਲਾਏ ਜਾਣ, ਉਹਨੂੰ ਬਰਤਨ ਸਾਫ਼ ਕਰਨ ਦੀ ਸੇਵਾ ਲਾਈ ਜਾਵੇ, ਉਹਨੂੰ ਝਾੜੂ ਦੀ ਸੇਵਾ ਲਾਈ ਜਾਵੇ, ਉਹਨੂੰ ਜੋੜਿਆਂ ਦੀ ਸੇਵਾ ਲਾਈ ਜਾਵੇ। ਉਹ ਉਹਦੇ ਵਾਸਤੇ ਆ ਜਿਹਨੇ ਆਪਣੀ ਭੁੱਲ ਨੂੰ ਮਹਿਸੂਸ ਕਰ ਲਿਆ। ਗਲਤੀ ਹੋਰ ਚੀਜ਼ ਹੁੰਦੀ ਤੇ ਭੁੱਲ ਹੋਰ ਚੀਜ਼ ਹੁੰਦੀ ਹੈ। ਗਲਤੀ ਹੁੰਦੀ ਜਾਣ ਬੁੱਝ ਕੇ ਕੀਤੀ ਹੋਈ, ਭੁੱਲ ਹੁੰਦੀ ਸਹਿਜ ਸੁਭਾਅ ਹੋ ਗਈ। ਉੱਥੇ ਸਿੱਖ ਪੰਥ 'ਚ ਬਹੁਤ ਨਰਮੀ ਹੈ, ਪਰ ਗਲਤੀ ਕਰੇ ਤੇ ਇਸ ਘਰ ਦੇ ਵਿੱਚ ਹੀ ਫਿਰ ਤੇਲ ਪਾ ਕੇ ਮਸੰਦਾਂ ਨੂੰ ਸਾੜਿਆ ਜਾਂਦਾ ਹੈ। ਇਸ ਘਰ 'ਚ ਇਹੋ ਜਿਹੀ ਸਜ਼ਾ ਵੀ ਮਿਲਦੀ ਏ ਵੀ ਮੁੜ ਕੇ ਉਹਨੂੰ ਪਤਾ ਲੱਗਦਾ ਕਿ ਦੁਬਾਰਾ ਇਹ ਗਲਤੀ ਨਹੀਂ ਕਰਨੀ। ਇਹੋ ਜਿਹੀ ਸਜ਼ਾ ਸਿੱਖਾਂ ਨੇ ਇਤਿਹਾਸ ਵਿੱਚ ਵੀ ਦਿੱਤੀ ਹੋਈ ਹੈ। ਜਿਹੜੀ ਲੱਖੂ ਭਾਸੋ ਨੂੰ ਸੇਵਾ ਦਿੱਤੀ ਹੋਈ ਹੈ ਉਹ ਪੂਰੀ ਸਖਤ ਦਿੱਤੀ ਹੋਈ ਹੈ। ਕਈ ਵਾਰੀ ਅਸੀਂ ਜਿਵੇਂ ਇਹ ਸ਼ਬਦ ਵਿਰਾਗ ਵਾਲੇ, ਨਿਮਰਤਾ ਦੇ ਪੱਖ ਵਾਲੇ ਆ, ਤੇ ਅਸੀਂ ਇਉਂ ਸਮਝ ਜਾਂਦੇ ਹਾਂ ਵੀ ਕੋਈ ਵੀ ਕੱਲ੍ਹ ਨੂੰ ਕਿੱਡੀ ਵੱਡੀ ਗਲਤੀ ਕਰੇ, ਬਸ ਉਹਦਾ ਇਹੀ ਨਹੀਂ, ਉਹਦਾ ਇਹ ਹੱਲ ਨਹੀਂ ਹੈ, ਉਹਦੀ ਸਜ਼ਾ ਫਿਰ ਉਹ ਸਖਤੀ ਵਾਲੀ ਹੈ। ਸਤਿਗੁਰੂ ਸਾਹਿਬ ਜੀ ਦੇ ਜਿਹੜੇ ਇਹ ਫਰਮਾਨ ਨੇ, ਇਹ ਜਿਹਨੇ ਆਪਣੇ ਆਪ ਨੂੰ ਭੁੱਲਿਆ ਹੋਇਆ ਮਹਿਸੂਸ ਕਰ ਲਿਆ, ਜਿਹਨੇ ਆਖਿਆ ਸਾਹਿਬਾ ਮੇਰਾ ਕੋਈ ਨਹੀਂ ਰਿਹਾ, ਮੈਨੂੰ ਦੁਨੀਆ ਤੇ ਸਭ ਛੱਡ ਗਏ ਆ, ਤੇ ਇਸ ਫਰਮਾਨ ਦੀ ਰਹਾਓ ਦੀ ਪੰਕਤੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਬਚਨ ਫਰਮਾਏ ਨੇ, ਸਾਹਿਬ ਨਿਤਾਣਿਆ ਕਾ ਤਾਣ। ਸਾਹਿਬ ਦਾ ਭਾਵ ਹੈ ਮਾਲਕ,
कि वो वाहेगुरु अकाल पुरख जे तू अपने आप नूं निताना कमजोर महसूस कर लिया, हुण इहदा ये भी मतलब नहीं कि वो शरीर करके कमजोर है, ਉਹਦਾ ਇਹ भी मतलब नहीं कि ਉਹਦੇ ਕੋਲ धन दौलत नहीं है, ਉਹਦਾ ਹਿਰਦਾ गरीब हो जाए। जे कोई आखे कि मेरे को धन दौलत बहुत है या मैं बहुत ताकतवर हाँ, नहीं जिवें सतगुर सुखी बसे मस्कीनियां आप नमार तला है, कि तान हुंदियां होया नताने रहना। गुरमत दे विच ये विचार रही है, जिवें भाई साहब भाई गुरदास जी ने, इउं नहीं कि उन्हां दी करमी इहो जी सीगी, एक बड़ा उन्हां गुरु कोले निमरता वाला पक्ष, हों अपराधी गुनहेगार हों बेमुख मंदा, चोर जार जुआर हों पर घर जो हुंदा, निंदक दुष्ट हराम खोर ठग देश ठकंदा, काम क्रोध मद लोभ मोह अहंकार करंदा, विश्वास घाती अकिरत घण मैं कोड़ा रखंदा, सिमर मुरीदा ढाडिया सतगुर बख्शंदा। उन्होंने अपने ते ला के बहुत वड्डी सिक्ख्या दिती है कि तू इहो जिहा गुनाहगार भी होवें, लेकिन तेरे मन च आ जावे कि मैं भटक गया वां, और इहो जे गुनाह करदियां तेरा कोई साथ देने वाला ना होवे, तैनूं सारे छंड देण, लेकिन एक घर बड़ा बख्शेंदे इस घर च आ जावें। जदों तू आखे कि मैं कमजोर हो गया, दुनिया तेनों सारी छड़ जावे, कोई दुनिया ये साथ ना देवे, ते ये उस मालक के दर ते ये हो सकदा कि आए ना जाई थिर सदा। इत्थे एडी वड्डी बख्शिश भी हो सकती कि तेरा आवा गाउण भी कट्टिया जा सकता, तेरा जम्मण मरण भी कट्टिया जा सकता है। गुर सबदी सच जान, गुरु दे इलाही फरमान दे राही इनू सच करके जानी, ते जे तू गुरु दे फरमान नू कमाउण लग पवें ते तैनूं अंतर आत्मे इहो जी बख्शिश हो जाएगी कि तू आप इस गल का होका देगा कि मेरा गुरु इहो जे पापी नूं एडे गुनाहगार नूं जो मेरे गुरु कोले आके महसूस कर लवे कि वह बख्श ना हारे। तो साहिब जी कहे दुनिया इउं छड्ड जावे तैनूं जां को मुश्किल अत बना, 3 वारी बहुत 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 आखो तो 1 वारी अत बनता, एडी वड्डी मुश्किल बनी होवे, इन्नी मुश्किल च घिरिया होवें, और उस मुश्किल दे विच ढोई कोई ना दे, एडी वड्डी मुश्किल बनी होवे ते कोई तेरे नेड़े ढुकण वाला जड़ा ना वो ना होवे। जिन्हां ने पिछले समय च देखिया, ये गल पिछले समय च वापरी हुई है कि बिल्कुल अपने भी छड्ड के पासे हो जाते सी, कोई नेड़े नहीं सी आउंदा। इत्थे तक कि एक ब्रिगेडियर एयरपोर्ट ते फड़िया गया, वो नां दे भुलेखे च फड़िया गया सीगा, वायरस पिछों सी कि ब्रिगेडियर जहांगीर सिंह रोको, ਉਹਦਾ ਨਾਂ ਜਗੀਰ ਸਿੰਘ ਸੀ, ਉਹਦਾ ਸਮਾਨ ਟੈਚੀ ਨਾਲ ਨਾ ਗਿਆ ਤੇ ਉਹ ਅਗਲੇ ਦਾ ਲੈਣ ਗਿਆ, ਉਹਦੇ ਕੋਲ ਲਾਇਸੈਂਸ ਸੀ ਇਹਨਾਂ ਦੇਸ਼ਾਂ ਦੇ ਵਿੱਚੋਂ ਹਥਿਆਰ ਲਿਜਾ ਸਕਦਾ ਸੀ, ਉਹਦੇ ਟੈਚੀ 'ਚ ਹਥਿਆਰ ਵੀ ਸੀਗੇ। ਪਰ ਯਾਦ ਰੱਖੇ ਕਿ ਉਹਦਾ ਉਸੇ ਏਅਰਪੋਰਟ ਤੇ ਰਿਸ਼ਤੇਦਾਰ IPS ਅਫਸਰ ਸੀਗਾ, ਲੇਕਿਨ ਜਦੋਂ ਉਹਨਾਂ ਨੇ ਉਹਨੂੰ ਘੇਰ ਲਿਆ ਤੇ ਉਹ ਵੀ ਪਿਛਾਂ ਹੋ ਗਿਆ। ਲੇਕਿਨ ਇਹ ਸੱਚਾਈ ਹੈ ਕਿ ਇਸ ਫਸਣ ਤੋਂ ਪਹਿਲਾਂ ਉਹ ਕਹਿੰਦਾ ਹੁੰਦਾ ਸੀ ਰੱਬ ਕਿੱਥੇ ਆ, ਲਿਆਓ ਰੱਬ ਦਿਖਾਓ, ਉਹ ਰੱਬ ਦੀ ਹੋਂਦ ਤੋਂ ਮੁਨਕਰ ਸੀ। ਲੇਕਿਨ ਜਦੋਂ ਇਹੋ ਜਿਹੀ ਮੁਸ਼ਕਿਲ ਬਣੀ ਉਦੋਂ ਰੱਬ ਯਾਦ ਆਇਆ। ਹੁਣ ਜਦੋਂ ਰੱਬ ਯਾਦ ਆਇਆ ਨਾ ਤੇ ਫਿਰ ਦੂਜੇ IPS ਦੀ ਉਹਦੇ ਘਰੇ ਉਸ ਦਿਨ ਸ਼ਾਮ ਨੂੰ ਰੋਟੀ ਸੀਗੀ। ਉਹ ਜਦੋਂ ਰੋਟੀ 'ਤੇ ਗਿਆ ਤਾਂ ਉਹਨਾਂ ਪੁੱਛਿਆ ਵੀ ਕੀ ਗੱਲ ਤੁਹਾਡੇ ਚੁੱਪ ਏ? ਉਹ ਕਹਿੰਦੇ ਕਿ ਜਿਹਨੂੰ ਫੜਿਆ ਯਾਰ ਉਹ ਆਪਣਾ ਨੇੜੇ ਦਾ ਰਿਸ਼ਤੇਦਾਰ। ਉਹ ਕਹਿੰਦਾ ਉਦੋਂ ਨਹੀਂ ਦੱਸਿਆ, ਕਹਿੰਦਾ ਮੈਂ ਪਿਛਾਂ ਹੋ ਗਿਆ ਸੀ, ਮੈਨੂੰ ਨਾ ਨਾਲ ਬਲੇਡ ਦੇਣ ਕਿਤੇ। ਜਦੋਂ ਮੁਸ਼ਕਿਲ ਬਣ ਜਾਂਦੀ ਹੈ ਉਦੋਂ
ਆਪਣੇ ਵੀ ਛੱਡ ਕੇ ਪਾਸੇ ਹੋ ਜਾਂਦੇ, ਕੋਈ ਨੇੜੇ ਨਹੀਂ ਆਉਂਦਾ। ਸਾਹਿਬ ਜੀ ਕਹਿੰਦੇ ਇਹੋ ਜੀ ਬਣ ਜਾਵੇ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਵਿੱਚ ਭੱਜ ਖੜੇ। ਦੁਸ਼ਮਣ ਜਿਹੜੇ ਉਹ ਬਿਲਕੁਲ ਐ ਨੇੜੇ ਢੁੱਕੇ ਹੋਣ ਵੀ ਤੈਨੂੰ ਕਿਸੇ ਪਾਸਿਓਂ ਅਸੀਂ ਨਿਕਲ ਨਹੀਂ ਦੇਣਾ। ਸਾਹਿਬ ਜੀ ਕਹਿੰਦੇ ਇਹੋ ਜੀ ਹਾਲਤ ਹੋ ਜਾਵੇ। ਸਿੱਖ ਪੰਥ ਦੇ ਇਤਿਹਾਸ ਲਿਖਣ ਵਾਲੇ ਕਵੀ ਰਾਜ ਭਾਈ ਸੰਤੋਖ ਸਿੰਘ ਨਾਲ ਵੀ ਇਹ ਵਾਪਰੀ ਹੋਈ ਏ, ਔਰ ਉਹਨਾਂ ਨੇ ਆਪਣੀ ਕਲਮ ਨਾਲ ਵੀ ਲਿਖਿਆ ਹੈ। ਕਹਿੰਦੇ ਇਹੋ ਜੀ ਹੋ ਗਈ ਸੀ, ਛੁੱਟਿਓ ਹੈ ਪਰ ਕਰਮ, ਬਿਸਰਿਓ ਹੈ ਨੇਮ ਧਰਮ। ਕਹਿੰਦੇ ਇੰਨੀ ਅੱਤ ਦੀ ਗਰੀਬੀ ਆ ਗਈ ਸੀ ਕਿ ਭਲੇ ਕਰਮ ਮੈਨੂੰ ਵਿਸਰ ਗਏ ਸੀ, ਬਲਕਿ ਨਿਤਨੇਮ ਦੇ ਵਿੱਚ ਵੀ ਮਨ ਨਹੀਂ ਸੀ ਲੱਗਦਾ, ਇੰਨਾ ਪਰੇਸ਼ਾਨ ਹੋ ਗਿਆ ਸੀ। ਗਈ ਹੈ ਉਹ ਸ਼ਰਮ, ਕਹਿੰਦੇ ਲੋਕਾਂ ਜੋ ਮੂੰਹ ਚੜਿਆ ਉਹ ਕਹਿੰਦੇ ਸੀ, ਤੇ ਮੇਰੀ ਸ਼ਰਮ ਵਾਲਾ ਵਰਕਾ ਵੀ ਉੱਡ ਗਿਆ ਸੀ। ਅੱਤ ਦੁੱਖ ਪਾਈਅਤ ਹੈ, ਕਹਿੰਦੇ ਅੱਤ ਦਾ ਦੁਖੀ ਸੀ ਮੈਂ ਉਸ ਵੇਲੇ। ਘਰ ਕੇ ਉਛਾਨੇ ਸਭ ਭਏ ਨੇ ਬਗਾਨੇ, ਨਾਰੀ ਮਾਰੇ ਤਾਨੇ ਸੁਣ ਸਿਰ ਹਲਾਇਤ ਹੈ। ਜਿਹੜੇ ਸੱਕੇ ਸੀਗੇ ਉਹ ਬਗਾਨੇ ਬਣ ਗਏ ਸੀ। ਇਸੇ ਤੱਕ ਕਿ ਭਾਈ ਸਾਹਿਬ ਨੇ ਸੱਚ ਲਿਖਤਾ ਕਿ ਮੇਰੇ ਜੀਵਨ ਦਾ ਸਾਥ ਦੇਣ ਵਾਲੀ ਸੀ, ਉਹਨੇ ਵੀ ਮੈਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ, ਤੇ ਮੇਰੇ ਕੋਲੇ ਸਿਰ ਹਿਲਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਮਿੱਤਰ ਹੂੰ ਛਪਾਏ ਨੈਣ, ਸੂਧੇ ਹੂੰ ਨਾ ਬੋਲੇ ਬੈਣ, ਆਪੜੋ ਨਾ ਕੋ ਕਹਿਣ ਜਾ ਕੇ ਢਿੱਗ ਜਾਈਤ ਹੈ। ਜਿਹੜੇ ਮਿੱਤਰ ਸੀ ਕਹਿੰਦੇ ਉਹ ਵੇਖ ਕੇ ਅੱਖਾਂ ਦੂਜੇ ਪਾਸੇ ਨੂੰ ਕਰ ਲੈਂਦੇ ਸੀ ਵੀ ਇਹਨੇ ਕੁਛ ਮੰਗਣਾ ਹੀ ਹੋਣਾ ਹੈ, ਇਹ ਸਾਡੇ ਵੱਲੋਂ ਮੂੰਹ ਨਾ ਕਰ ਲਵੇ। ਕੋਈ ਸਿੱਧੇ ਮੂੰਹ ਅੱਗੋਂ ਬਚਨ ਬੋਲਣ ਨੂੰ ਤਿਆਰ ਨਹੀਂ ਸੀ। ਜਿਹਦੇ ਘਰ ਜਾਂਦਾ ਸੀ ਕੋਈ ਆਪਣਾ ਕਹਿਣ ਨੂੰ ਤਿਆਰ ਨਹੀਂ ਸੀ ਹੈ। ਤੇ ਭਾਈ ਸਾਹਿਬ ਕਹਿੰਦੇ ਇਹ ਹੋਇਆ ਮੇਰੇ ਘਰੇ ਦੁਆਰ ਪੇ ਕਰਜ਼ਦਾਰ, ਠਾਡੇ ਮੁਖ ਦੇਤ ਗਾਰ। ਜਿਨ੍ਹਾਂ ਕੋਲੋਂ ਮੈਂ ਕਰਜ਼ਾ ਦੇਣਾ ਸੀ, ਫੜੇ ਸੀ, ਉਹਨਾਂ ਨੂੰ ਇਹ ਉਮੀਦ ਹੋ ਗਈ ਵੀ ਇਹਦੇ ਕੋਲ ਵਾਪਸ ਦਿੱਤਾ ਨਹੀਂ, ਉਹ ਮੇਰੇ ਬੂਹੇ ਤੇ ਆਏ ਗਾਲਾਂ ਕੱਢਦੇ ਸੀ। ਦੁਆਰ ਪੇ ਕਰਜ਼ਦਾਰ, ਮੇਰੇ ਬੂਹੇ ਤੇ ਕਰਜ਼ਾ ਲੈਣ ਵਾਲੇ, ਠਾਡੇ ਮੁਖ ਦੇਤ ਗਾਰ, ਗਾਰ ਦਾ ਗਾਲਾਂ ਕੱਢਦੇ ਸੀ। ਪਰ ਕਹਿੰਦੇ ਮੈਂ ਸੁਣਦਾ ਸੀਗਾ ਤੇ ਮੇਰੇ ਕੋਲੇ ਉਸ ਵੇਲੇ ਕੋਈ ਚਾਰਾ ਨਹੀਂ ਸੀ ਹੈ। ਪਰ ਚਿੱਤ ਕਿੱਥੇ ਲੱਗਾ ਹੋਇਆ ਸੀ? ਚਿੱਤ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਬਾਣੀ ਤੇ ਲੱਗਾ ਹੋਇਆ ਸੀ। ਤੇ ਉਸ ਚਿੱਤ ਦੇ ਪਿੱਛੇ ਸੰਤੋਖ ਸਿੰਘ ਰੋਜ਼ ਗਾਲਾਂ ਖਾਂਦਾ ਸੀ। ਬਿਨਾਂ ਰੋਜ਼ਗਾਰ ਸੰਤੋਖ ਸਿੰਘ ਰੋਜ਼ਗਾਰ ਖਾਈਅਤ ਹੈ, ਰੋਜ਼ ਗਾਲਾਂ ਖਾਂਦਾ ਸੀ, ਪਰ ਚਿੱਤ ਉੱਥੇ ਲੱਗਾ ਹੋਇਆ ਸੀ। ਉਹ ਚਿੱਤ ਲੱਗੇ ਨੇ ਇਹੋ ਜਿਹੀ ਕਿਰਪਾ ਕੀਤੀ, ਕਿਸੇ ਨੇ ਰਾਜੇ ਉਦੈ ਸਿੰਘ ਨੂੰ ਦੱਸਤਾ ਕਿ ਰਾਜਾ ਉਦੈ ਸਿੰਘ ਆਹ ਹਾਲਤ ਭਾਈ ਸੰਤੋਖ ਸਿੰਘ ਦੀ ਏ। ਤੇ ਭਾਈ ਸੰਤੋਖ ਸਿੰਘ ਨੇ ਉਹਨਾਂ ਦੇ ਘਰ ਦੇ ਕੋਲ ਆ ਕੇ ਆਵਾਜ਼ ਦਿੱਤੀ ਨਾ, ਭਾਈ ਸਾਹਿਬ ਜੀ, ਉਹ ਬੜੇ ਹੈਰਾਨ ਹੋਏ ਵੀ ਅੱਜ ਕਿਹੜਾ ਇੱਥੇ ਭਾਈ ਸਾਹਿਬ ਜੀ ਕਹਿਣ ਵਾਲਾ ਆ ਗਿਆ ਵੇ। ਤੇ ਉਹਨੇ ਵੇਖਿਆ ਰਾਜਾ ਉਦੈ ਸਿੰਘ, ਪੁੱਛਿਆ ਕੀ ਗੱਲ ਏ? ਕਹਿਣ ਲੱਗੇ ਮੈਂ ਤੁਹਾਨੂੰ ਲੈਣ ਵਾਸਤੇ ਆਇਆ। ਕਹਿਣ ਲੱਗਾ ਰਾਜਾ ਮੈਂ ਬੜਿਆਂ ਲੋਕਾਂ ਦਾ ਕਰਜ਼ਾ ਦੇਣਾ, ਲੋਕ ਕਹਿਣਗੇ ਗੁਰੂ ਕਾ ਸਿੱਖ ਬੇਈਮਾਨ ਹੋ ਗਿਆ ਹੈ, ਆ ਪੋਥੀਆਂ ਪੂਰੀਆਂ ਕਰਕੇ ਕੋਈ ਕੰਮ ਕਾਜ ਕਰਾਂਗਾ, ਲੋਕਾਂ ਦਾ ਕਰਜ਼ਾ ਲਾਵਾਂਗਾ। ਰਾਜਾ ਉਦੈ ਸਿੰਘ ਨੇ ਭਾਈ ਸੰਤੋਖ ਸਿੰਘ ਦੇ ਵਿਹੜੇ 'ਚ ਮੋਹਰਾਂ ਦਾ ਢੇਰ ਲਾਤਾ ਸੀ। ਉਹ ਸੰਤੋਖ ਸਿੰਘਾ ਕੋਠੇ ਜੜ ਕੇ ਕਹਿ ਜਿਨ੍ਹਾਂ ਨੇ ਕਰਜ਼ਾ ਲੈਣਾ ਆ ਕੇ ਲੈ ਜਾਓ ਆਪਣਾ। ਸਾਹਿਬ ਜੀ ਕਹਿੰਦੇ ਵੇਖ ਕੇ ਜਿਸ ਤਰ੍ਹਾਂ ਲੱਗਾ ਹੋਵੇ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਕੋਈ ਸਹਾਰਾ ਦੇਣ ਵਾਲਾ ਨਾ ਹੋਵੇ। ਲਾਗੂ ਹੋਏ ਦੁਸ਼ਮਣਾ ਸਾਖ ਵਿੱਚ ਭੱਜ ਖੜੇ, ਦੁਸ਼ਮਣ ਆ ਕੇ ਚੜ ਕੇ ਲੱਗ ਜਾਣ, ਰਿਸ਼ਤੇਦਾਰ ਛੱਡ ਜਾਣ। ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਸਾਰੇ ਆਸਰੇ ਚੁੱਕ ਜਾਣ। ਇਹ ਵੀ ਵਾਪਰਿਆ ਹੋਇਆ ਹੈ ਕਿ ਕਿਸੇ ਕੋਲ 2 ਰੋਟੀਆਂ ਮੰਗੋ, ਕਹਿੰਦਾ ਇਹਨੇ ਰੋਟੀ ਨਹੀਂ ਦੇਣੀ। ਉਹਨੂੰ ਕਹਿੰਦਾ ਰਾਤ 12 ਵਜੇ ਤੱਕ ਘਰੇ ਰੱਖ ਲਾ, ਉਹ ਕਹਿੰਦੇ ਨਹੀਂ ਕਿਤੇ ਬਾਹਰ ਮੋਟਰ ਤੇ ਰਹਿ ਜਾ ਕੇ ਅਸੀਂ ਘਰੇ ਨਹੀਂ ਰੱਖਣਾ। ਸਾਹਿਬ ਜੀ ਕਹਿੰਦੇ ਇਹ ਹਾਲਤ ਹੋ ਜਾਵੇ,
लेकिन चित तेरा उहदे नाल लगे, चित आवे उस पार ब्रह्म ते लगे ना तत्ती वाओ। चित तेरा उहदे नाल लगा होवे, दुनिया ऐ छड़ जे ते ओह वाहिगुरू तत्ती हवा नहीं लगन दिंदा, चंबड़दे झोलियां दे विचों कढ लैंदा। साहिब नताणिया का ताण, आए ना जाई थिर सदा, गुर शब्दी सच जान। ਉਹ तेरे ਇਹੋ ਜਿਹੇ कमजोर ਦਾ तेरा ਇਹੋ ਜਿਹਾ ਬਣ ਜਾ, ਤੈਨੂੰ ਜੰਮਣ ਮਰਨ ਤੋਂ ਮੁਕਤ ਕਰਕੇ ਸਜਣਾ ਉਹ ਤੈਨੂੰ ਰੱਖ ਦੇਗਾ, ਤੈਨੂੰ ਗੁਰ ਸ਼ਬਦ ਕਰਕੇ ਇਹ ਸੱਚ ਜਾਣੀ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਕਹਿੰਦੇ ਕਿਤੇ ਸਰੀਰ ਦਾ ਵੀ ਕਮਜ਼ੋਰਾ ਹੋ ਜਾਵੇ, ਤੇਰੇ ਕੋਈ ਨੇੜੇ ਲੱਗਣ ਨੂੰ ਤਿਆਰ ਨਾ ਹੋਵੇ। ਨੰਗ ਭੁੱਖ ਕੀ ਪੀਰ, ਆਮ ਤੌਰ ਦੇ ਉੱਤੇ ਭੁੱਖ ਤੇ ਦੁੱਖ, ਨੰਗ ਤੇ ਭੁੱਖ ਬਹੁਤਾਤ ਵਿੱਚ ਇਕੱਠੇ ਨਹੀਂ ਹੋਣਗੇ। ਜਿੱਥੇ ਭੁੱਖ ਹੋਏਗੀ ਤਕਰੀਬਨ ਉੱਥੇ ਦੁੱਖ ਬਹੁਤ ਘੱਟ ਹੁੰਦਾ, ਜਿੱਥੇ ਦੁੱਖ ਹੋਏਗਾ ਉੱਥੇ ਭੁੱਖ ਬਹੁਤ ਘੱਟ ਹੁੰਦੀ ਹੈ। ਪਰ ਸਿੱਖ ਨੇ ਇਹ ਦੋਵੇਂ ਇਕੱਠੀਆਂ ਹੰਡਾਈਆਂ ਨੇ, ਔਰ ਕੋਈ ਇੱਕ ਸਿੱਖ ਨਹੀਂ ਹੰਡਾਈਆਂ। ਜਿੰਨੇ ਸਿੱਖ ਨੇ ਤੁਸੀਂ ਇਤਿਹਾਸ ਪੜ੍ਹੋਗੇ, ਜਦੋਂ ਉਹ ਗ੍ਰਿਫਤ 'ਚ ਆ ਜਾਂਦੇ ਸੀ ਤੇ ਯਾਦ ਰੱਖਿਓ ਦੁੱਖ ਵੀ ਮਿਲਦਾ ਸੀ ਤੇ ਖਾਣ ਨੂੰ ਵੀ ਕੁਝ ਨਹੀਂ ਮਿਲਦਾ ਸੀ, ਭੁੱਖ ਹੁੰਦੀ ਸੀ, ਲੇਕਿਨ ਫਿਰ ਹੱਸਦੇ ਸੀ। ਉਹਨਾਂ ਨੂੰ ਯਾਦ ਸੀ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। ਚਿੱਤ ਉੱਥੇ ਲੱਗਾ ਹੋਇਆ ਸੀ। ਤੇ ਸਾਹਿਬ ਜੀ ਕਹਿੰਦੇ ਸੱਜਣਾ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ। ਕਿਸੇ ਪਾਸਿਓਂ ਕੋਈ ਰੁਪਈਆ ਟਕਾ ਆਉਣ ਦੀ ਉਮੀਦ ਨਾ ਹੋਵੇ ਕਿ ਇੱਥੋਂ ਮੈਨੂੰ ਕੋਈ ਰੁਪਈਆ ਟਕਾ ਮਿਲ ਜਾਏਗਾ, ਮੇਰਾ ਕੰਮ ਸਰ ਜਾਏਗਾ। ਇੱਥੇ ਤੱਕ ਕਿ ਫੋਕਾ ਧੀਰਜ ਦੇਣ ਵਾਲਾ ਹੀ ਕੋਈ ਨਾ ਹੋਵੇ। ਜੇ ਪੱਲੇ ਕੋਈ ਨਹੀਂ ਰਿਹਾ ਤੇ ਕਿਸੇ ਨੂੰ ਮਤਲਬ ਕੀ, ਕਿ ਉਹ ਦੁਨੀਆ ਮਤਲਬ ਕਰਕੇ ਯਾਰ ਹੋ ਜਿਹਦੀ ਮਤਲਬ ਤਾਂ ਹੁੰਦਾ ਹੈ, ਉਹਨੂੰ ਜਾ ਕੇ ਕਹਿੰਦੇ ਨਹੀਂ ਤੂੰ ਮੇਰਾ ਆਪਣਾ ਹੈ ਯਾਰ, ਤੇਰੇ ਨਾਲ ਹੀ ਖੜੋਤੇ ਆ। ਤੇ ਤੇਰੇ ਕੋਲ ਕਿਸੇ ਦਾ ਸਵਾਰਥ ਵੀ ਪੂਰਾ ਨਾ ਹੁੰਦਾ ਹੋਵੇ। ਸਵਾਰਥ ਸਵਾਓ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਤੂੰ ਕਿਸੇ ਦਾ ਕਾਜ ਸਵਾਰਨ ਵਾਲਾ ਵੀ ਨਾ ਹੋਵੇ। ਤੇ ਸਾਹਿਬ ਜੀ ਕਹਿੰਦੇ ਫਿਰ ਇਹ ਹੋ ਜਾਂਦਾ ਹੈ ਵੀ ਤੇਰੇ ਚਿੱਤ ਵਿੱਚ ਉਹ ਵਾਹਿਗੁਰੂ ਅਕਾਲ ਪੁਰਖ ਹੋਵੇ। ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਉਹ ਵਾਹਿਗੁਰੂ ਤੈਨੂੰ ਸਦੀਵੀ ਰਾਜ ਜਿਹੜਾ ਅਕਾਲ ਪੁਰਖ ਆਪਣਾ ਜਿਹੜੇ ਘਰ 'ਚ ਹੈ ਨਾ, ਤੈਨੂੰ ਉਹ ਰਾਜ ਬਖਸ਼ ਦੇਗਾ। ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਇੱਕ ਚਿੰਤਾ ਲੱਗੀ ਹੋਵੇ ਵੀ ਕੰਮ ਕਿਵੇਂ ਚੱਲੇਗਾ, ਇੱਕ ਸਰੀਰ ਨੂੰ ਰੋਗ ਲੱਗ ਜਾਣ, ਉਹ ਰੋਗ ਲਾ ਇਲਾਜ ਹੋ ਜਾਣ। ਇਹ ਯਾਦ ਰੱਖਿਓ ਜੇ ਕਿ ਦੁਨੀਆ ਦੇ ਉੱਤੇ ਰੋਗ ਲਾ ਇਲਾਜ ਹੋ ਸਕਦਾ ਹੈ, ਪਰ ਗੁਰੂ ਨਾਨਕ ਦੇ ਘਰ ਲਾ ਇਲਾਜ ਨਹੀਂ। ਇਸ ਗੱਲ ਦੀ ਤਾਂ ਤਰੀਖੇ ਇਸਲਾਮ ਵੀ ਗਵਾਹੀ ਭਰਦੀ ਪਈ ਏ। ਜਹਾਂਗੀਰ ਦਾ ਹਕੀਮ ਵਜ਼ੀਰ ਖਾਂ, ਇਹਦੇ ਵਜ਼ੀਰ ਖਾਂ ਦੇ ਸਿੱਖ ਬਣਨ ਕਰਕੇ ਭਾਈ ਘਰਈਆ ਜੀ ਹੋਰੀ ਸਿੱਖੀ 'ਚ ਆਏ ਹੋਏ ਆ। ਵਜ਼ੀਰਾਬਾਦ ਇਹਦੇ ਨਾਂ ਤੇ ਹੀ ਵਸਿਆ ਹੋਇਆ। ਜਿਸ ਵੇਲੇ ਨੂਰ ਜਹਾਂ ਬਿਮਾਰ ਹੋ ਗਈ, ਵੈਦਾਂ ਹਕੀਮਾਂ ਸਭ ਨੇ ਆਪਣਾ ਜ਼ੋਰ ਲਾ ਲਿਆ। ਇਹ ਤਰੀਖੇ ਇਸਲਾਮ ਕਹਿੰਦੀ ਏ ਕਿ ਕਿਸੇ ਪਾਸਿਓਂ ਚਾਰਾ ਨਹੀਂ, ਸਭ ਪਾਸਿਓਂ ਮੌਤ ਦਿਸਦੀ ਸੀ। ਤੇ ਵਜ਼ੀਰ ਖਾਨ ਨੇ ਆਖਿਆ ਸੀ ਕਿਤੇ ਮੈਨੂੰ ਨਹੀਂ ਕਿਹਾ, ਮੈਨੂੰ ਕਹਿੰਦੇ ਮੇਰੇ ਕੋਲ 2 ਪੁੜੀਆਂ ਸੀ, ਉਹਦਾ ਰੋਗ ਖੰਭ ਲਾ ਕੇ ਉੱਡ ਜਾਂਦਾ। ਜਹਾਂਗੀਰ ਨੇ ਪੁੱਛਿਆ ਉਹਨੂੰ, ਵਜ਼ੀਰ ਖਾਨ ਵਾਕਿਆ ਤੇਰੇ ਕੋਲ 2 ਪੁੜੀਆਂ ਇਹੋ ਜਿਹੀਆਂ ਹੈਗੀਆਂ? ਕਹਿੰਦਾ ਹਾਂ। ਉਹਨੇ ਦਵਾਈ ਦਿੱਤੀ, ਨੂਰ ਜਹਾਂ ਅੱਜ ਹੋਰ ਕੱਲ ਹੋਰ ਅੱਜ ਹੋਰ। ਉਹਨੂੰ ਜਿਹਨੂੰ ਆਪਣੀ ਮੌਤ ਸਾਹਮਣੇ ਦੀ ਸੀ, ਉਹਨੇ ਕਿਹਾ ਮੈਨੂੰ ਦੁਬਾਰਾ ਜ਼ਿੰਦਗੀ ਮਿਲ ਗਈ। ਉਹ ਵਜ਼ੀਰ ਖਾਂ ਦਾ ਤਾਂ ਸ਼ੁਕਰ ਕਰਨ ਵਾਸਤੇ ਆਈ ਸੀ। ਉਸ ਜ਼ਮਾਨੇ 'ਚ ਉਹਦੀ ਪੋਸ਼ਾਕ, ਧਨ ਦੌਲਤ, ਸੋਨੇ ਗਹਿਣੇ, ਜੌਹਰਾਤ, ਨਗਦ ਕੈਸ਼ 24 ਲੱਖ ਰੁਪਇਆ ਉਹਨੇ ਢੇਰੀ ਕੀਤਾ ਵੀ ਇਸ ਬੰਦੇ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ। ਤੇ ਵਜ਼ੀਰ ਖਾਂ ਵੀ ਹੰਕਾਰੀ ਹੋ ਗਿਆ ਵੀ ਮੇਰੀਆਂ ਇਹੋ ਜਿਹੀਆਂ ਪੁੜੀਆਂ ਨੇ ਮਰੇ ਨੂੰ ਜ਼ਿੰਦਗੀ ਦੇ ਦਿੰਦੀ ਹੈ। ਤੇ ਹਰਜੂ ਹੰਕਾਰ ਨਾ ਭਾਵੀ ਵਜ਼ੀਰ ਖਾਂ ਰੋਗੀ ਹੋ ਗਿਆ। ਵੈਦ ਹਕੀਮ ਸੱਦੇ, ਆਪਣੀਆਂ 2 ਪੁੜੀਆਂ ਲਾਈਆਂ,
लेकिन किसी पासियों उन्होंने फर्क नहीं पिया, उन्होंने मौत सी दुख करलाउंदा सी। गुरु का सिख कोई अमृत वेले लंघदा सी, बाणी पढ़दा जांदा, उहदे कंनां 'च आवाज़ पैण लग पई कि सिख आ गया। तो अपने घरदिआं नूं कहंदा सवेरे इत्थों कोई अल्लाह वाला लंघदा है, वो मूँह 'च कलाम पढ़दा, उहदी कलाम की आवाज़ पैंदी, मैनूं सुख मिलदा है, कल अल्लाह वाले नूं रोको। जदों अल्लाह वाले नूं रोकिया तो वह गुरु अर्जन साहब महाराज साहब का सिख सीगा। उहदे कोलों बह कलाम सुनी, कहन लगा तेरी आ कलाम च बड़ी किरपा, तेरी कलाम सुनदा मैनूं सुख पैंदा है। वो कहंदा कलाम गुरु अर्जन साहब दी है। पालकी च पा के लै सी वजीर खान नूं अमृतसर साहब की धरती के उत्ते। गुरु अर्जन साहब महाराज साहब की नज़र हुई उस पासे नूं जिन्हों सब छड्ड गए सी। दीपालपुर विच कौड़ी सीगा जो घरों कढ़ता सीगा, जिन्हां सबना कढ़ता सी, गुरु नानक साहब उहदे कोल जाके इलाही बाणी उचारण की, जियो तपत है बारो बार, तप तप खपे बहुत बेकार। उन्होंने जदों सब छड्ड दिंदे रब उदों याद आउंदा है। साहब जी कहते ये हालत हो जावे, जां को चिंता बहुत बहुत देही व्यापै रोग, गृहस्थ कुटुंब पलेटिया, तू अपने परिवार के मोह विच फस जावें। याद रखियो कि परिवार नहीं माड़ा, परिवार का मोह माड़ा है। जे तू परिवार दे विच रह के चित वाहिगुरू ना लावें तो तू अपना सारा परिवार तार देगा, तेरा सारा परिवार इकट्ठा रहेगा। असी एक पक्ष लिया भी इहो कुटुंब तू जे देखदा चले नहीं तेरे नाले, पर सतगुरु साहब ने सानू जपजी साहब जी फरमा दिता है, मन्ना है पर वारै साधार, सतगुर सेवै परिवार सुधार, भीड़ हो मुकलाई कीतियन सब रखै कुटुंबे नाल। ते एक पंक्ति तो सबनों जबानी याद है, दीन दयाल भरोसे तेरे सब परिवार चढ़ाया बेड़े। और याद रखे कि उदों सिखां दा सारा परिवार बेड़े चढ़दा सी। साडा इतिहास इस गल नाल भरिया पिया है कि जदों सरहाली दी राणी झाला बाई ने कलगीधर पातशाह कोलों खंडे बाटे दे अमृत की मंग की, आनंदपुर साहिब दे बख्शां वेख के, ते साहिब जी कहन लगे राणी तेनू कल्ली रुणी, जा अपना सारा परिवार लैके आ, तेरे सारे परिवार का ही उधार होएगा। वो अपने पति नूं नाल लैके आई, पुत नूं नाल लैके आई, तो भला भी इहो जिहा होया कि उहदा पति आनंदपुर साहिब शहीद होया, पुत्र चमकौर की गढ़ी शहीद होया। जदों पता लगा है कुछ कलगीधर पातशाह नूं छड्ड के ते बह के अखां च अथरू आ गए, किते मैं इहो जी निभागन ना होवां कि मेरा पुत्र कलगीधर पातशाह नूं छड्ड गया होवे, मैं की मूँह दिखावांगी। पर जदों घर सुनिया मिला कि तेरा पुत्र चमकौर की गढ़ी शहीद हो गया, तो उस मां ने जकारे छड्ड दिते भी धन कलगियां वालिया, तू रख लिया मेरी कुख नूं सफली कीता है। साहब जी कहे सजना तेरा सारा परिवार, जां को चिंता बहुत बहुत देही व्यापै रोग, गृहस्थ कुटुंब पलेटिया कदे हर कदे सोग, गौण करे चौकुंट का घड़ी ना बैसन सोए, चित आवे उस पार ब्रह्म तन मन शीतल होए। तेरे तन नूं भी शांति होएगी, तेरे मन नूं भी शांति होएगी, तेरा मन भी उस वेले टकाव च बख जाएगा, इन्ना हो जावे लेकिन चित तेरा उस वाहिगुरु अकाल पुरख नाल लगा हो। काम क्रोध मोह वस किया, किरपन लोभ प्यार। 100 सुहागन की वारते पढ़ांगे, क्योंकि पखंड दे विच जिहड़ा है ना, वो पखंड थले किते लोभ है किते काम है। लेकिन जिन्हें गुरु नानक दे कोल आ गया, गुरु नानक दे कोले आके अपनी भुल बख्शा ली, आख्या सतगुरु भुल गया मैनू पता नहीं सीगा, तुसी बख्श दिओ। साहब जी कहते वो खुद क्रोधी होवे, वो कामी होवे, वो चोर होवे, वो डाकू होवे, लेकिन वो छड्ड के आ गया कि उन्हें पता लग गया कि मेरी जिंदगी रुड़ गई है, बचा लवां। तो सतगुर साहब जी के घर का गवाह वे बाबा बिधि चंद सिख मीरी पीरी के मालक का फौजां का जरनैल है, पहला चोर ने। बाबा अदली जी पहला चोर ने, अकाली फूला सिंह होरी पहला डाकू ने,
ਭਾਈ ਲੱਖੂ ਲਾਹੌਰ ਦਾ ਪ੍ਰਚਾਰ ਕੇ ਪਹਿਲਾਂ ਡਾਕੇ ਮਾਰਨ ਵਾਲਾ ਹੈ ਤੇ ਗੁਰੂ ਕੀ ਸ਼ਰਨ ਵਿੱਚ ਆਇਆ ਹੈ। ਤੇ ਜਿਹਨੇ ਪ੍ਰਸ਼ਾਦਾ ਕਹਿਣਾ ਉਹ ਪਹਿਲਾਂ ਪੁੱਛਦਾ ਸੀ ਕਿ ਜਿਹਨੇ ਪ੍ਰਸ਼ਾਦਾ ਬਣਾਉਣਾ ਉਹਨੂੰ ਜਪਜੀ ਸਾਹਿਬ ਕੰਠ ਹੈਗਾ। ਜੇ ਜਪਜੀ ਸਾਹਿਬ ਕੰਠ ਨਹੀਂ ਸੀ ਉਹ ਪ੍ਰਸ਼ਾਦਾ ਨਹੀਂ ਸਕਦਾ। ਉਸ ਸਮੇਂ ਦਾ ਇਤਿਹਾਸ ਕਹਿੰਦਾ ਕਿ ਲਾਹੌਰ ਦੀਆਂ ਸਾਰੀਆਂ ਬੀਬੀਆਂ ਨੂੰ ਜਪਜੀ ਸਾਹਿਬ ਕੰਠ ਸੀ, ਪਤਾ ਸੀ ਕਿ ਪ੍ਰਸ਼ਾਦਾ ਬਣਾਇਆ ਜੇ ਜਪਜੀ ਸਾਹਿਬ ਨਾ ਆਉਂਦਾ ਹੈ ਤੇ ਭਾਈ ਲੱਖੂ ਜੀ ਨੇ ਪ੍ਰਸ਼ਾਦਾ ਨਹੀਂ ਛਕਣਾ। ਸਾਹਿਬ ਜੀ ਕਹਿੰਦੇ ਇਸ ਵਾਸਤੇ ਦੇਖ ਸੱਜਣਾ ਕਿੱਦਾਂ ਤੂੰ ਗਿਰ ਜਾਵੇਂ ਪਰ ਕਿਤੇ ਤੈਨੂੰ ਇਹ ਗੁਰੂ ਨਾਨਕ ਦਾ ਘਰ ਯਾਦ ਆ ਜਾਵੇ ਤੇ ਗੁਰੂ ਨਾਨਕ ਦਾ ਘਰ ਤੈਨੂੰ ਏਡੇ ਗਿਰੇ ਹੋਏ ਨੂੰ ਰੱਖਣ ਨੂੰ ਸੌ ਤਿਆਰ ਏ। ਗਾਉਣ ਕਰੇ ਚੌ ਕੁੰਟਕਾ ਘੜੀ ਨਾ ਬੈਸਣ ਸੋਏ, ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਤੇਰੇ ਤਨ ਨੂੰ ਤੇਰੇ ਮਨ ਨੂੰ ਜਿਹੜੀ ਉਹ ਸ਼ਾਂਤੀ ਹੋ ਜਾਏਗੀ। ਸਤਿਗੁਰੂ ਸਾਹਿਬ ਜੀ ਨੇ ਇਸ ਇਲਾਹੀ ਫਰਮਾਨ ਦੇ ਵਿੱਚ 8 ਬੰਦ ਰੱਖੇ ਨੇ। ਇਹ 4 ਬੰਦ ਚਿੱਤ ਆਉਣ ਵਾਲੇ ਵਾਸਤੇ ਰੱਖੇ ਆ। ਅਗਲੇ 4 ਬੰਦ ਰੱਖੇ ਆ ਕਿ ਚਿੱਤ ਵਿੱਚ ਭੁੱਲ ਜਾਵੇ। ਸੱਜਣਾ ਤੂੰ ਬਹੁਤ ਵਿਦਵਾਨ ਬੜੀ ਯਾਦਦਾਸ਼ਤ ਹੋ ਜੇ। ਸਾਸਤ ਸਿਮਰਤ ਵੇਦ 4 6 ਸ਼ਾਸਤਰ 27 ਸਿਮਰਤੀਆਂ 4 ਵੇਦ ਤੈਨੂੰ ਮੂੰਹ ਜ਼ੁਬਾਨੀ ਕੰਠ ਹੋਣ, ਤੂੰ ਐ ਰੱਟ ਕੇ ਲੋਕਾਂ ਨੂੰ ਲਾ ਕੇ ਸੁਣਾਵੇਂ ਤੇ ਬੜੇ ਧੂਣੀਆਂ ਪਾ ਕੇ ਤਪ ਕਰਨ ਵਾਲਾ ਹੋਵੇਂ। ਇੱਥੇ ਤਪ ਤਪੀਸਰ ਦਾ ਮਤਲਬ ਤਪੱਸਿਆ ਭਗਤੀ ਨਹੀਂ ਕਿ ਕਿਤੇ ਪੁੱਠਾ ਲੰਮ ਕੇ ਭਗਤੀ ਕਰਨ ਵਾਲਾ ਹੋਵੇਂ। ਤਪੇ ਤਪੀਸਰ ਜੋਗੀਆ ਤੀਰਥ ਗਮਨ ਕਰੇ। ਜੋਗ ਮਤ ਦਾ ਬੜਾ ਮਾਹਰ ਹੋਵੇ, ਬੜਾ ਜੋਗ ਕਰਦਾ ਹੋਵੇ। ਸਿੱਖੀ ਜੋਗ ਮਤ ਨੂੰ ਕੋਈ ਥਾਂ ਨਹੀਂ। ਸਿੱਖੀ ਦੇ ਵਿੱਚ ਭਗਤੀ ਤੇ ਸ਼ਕਤੀ ਹੈ। ਭਗਤੀ ਹੈ ਪ੍ਰੇਮ ਦੀ ਤੇ ਗੁਟਕਾ ਤੇ ਗਤਕਾ ਦੋ ਸਾਨੂੰ ਬਖਸ਼ੀਆਂ ਹੋਈਆਂ ਨੇ। ਤੇ ਯਾਦ ਰੱਖੋ ਜੇ ਕੋਈ ਇਹ ਆਖੇ ਕਿ ਯੋਗਾ ਅਭਿਆਸ ਨਾਲ ਸਰੀਰ ਦੀ ਫਿਟਨੈਸ ਹੁੰਦੀ ਏ, ਜਿਹੜੀ ਫਿਟਨੈਸ ਗਤਕੇ ਨਾਲ ਹੋ ਸਕਦੀ ਏ ਉਹ ਯੋਗਾ ਅਭਿਆਸ ਨਾਲ ਨਹੀਂ ਹੋ ਸਕਦੀ। ਇੱਕ ਹੋਵੇ ਗੁਟਕਾ ਸਾਹਿਬ ਕੋਲੇ, ਇੱਕ ਹੋਵੇ ਗਤਕਾ, ਤੇ ਰੱਬ ਦੀ ਮਿਹਰ ਵੀ ਹੋਏਗੀ। ਤੇ ਇਹ ਵੀ ਨਹੀਂ ਯੋਗਾ ਅਭਿਆਸ ਹੈ, ਇਹਨੂੰ ਕੱਲ ਨੂੰ ਪਤਾ ਨਹੀਂ ਕੋਈ ਪੈ ਗਿਆ ਤੇ ਅੱਗੋਂ ਚਾਰ ਨਹੀਂ ਸੁਣਾ ਹੋਇਆ। ਗੁਰੂ ਕੇ ਸਿੱਖਾਂ ਨੇ ਗਤਕਾ ਸਿੱਖਿਆ ਹੋਇਆ ਸੀਗਾ ਤੇ ਵੱਡੇ ਵੱਡੇ ਜਿਹੜੇ ਸੀ ਨਾ ਉਹ ਲੱਤਾਂ ਥੱਲੇ ਕਰਦੇ ਸੀ ਉਸ ਤੱਕ ਦੇ ਨਾਲ। ਸਾਹਿਬ ਜੀ ਕਹਿੰਦੇ ਸਿਮਰਤ ਸ਼ਾਸਤਰ ਵੇਦ 4 ਮੁਖਾਗਰ ਵਿਚਰੇ। ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ। ਖਟ ਕਰਮਾਂ ਤੇ ਦੁਗਣੇ 6 ਸ਼ਾਸਤਰਾਂ ਦੱਸਿਆ ਦੁਗਣੇ ਕੰਮ ਪੂਜਾ ਕਰਤਾ ਨਹਾਏ। ਬੜੀਆਂ ਹੋਈਆਂ ਪੂਜਾ ਕਰਦਾ ਹੋਵੇ ਤੇ ਇਸ਼ਨਾਨ ਤੀਰਥਾਂ ਤੇ ਕਰਨ ਵਾਲਾ ਹੋਵੇ। ਪਰ ਸਾਹਿਬ ਜੀ ਕਹਿੰਦੇ ਵਾਹਿਗੁਰੂ ਨਾਲ ਪ੍ਰੇਮ ਨਹੀਂ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਤੇਰਾ ਪ੍ਰੇਮ ਉਸ ਵਾਹਿਗੁਰੂ ਨਹੀਂ ਲੱਗਿਆ, ਇੰਨੇ ਗੁਣਾਂ ਦਾ ਮਾਲਕ ਹੋਣ ਕਰਕੇ ਵੀ ਤੂੰ ਨਰਕਾਂ ਦਾ ਅਧਿਕਾਰੀ ਹੋਏਗਾ। ਇਸ ਵਾਸਤੇ ਸੋਚ ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਜੇ ਗੁਰੂ ਕੇ ਫਰਮਾਸ ਜਾਲਿਆ ਤੇ ਫਿਰ ਤੇਰੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਾਰ ਪ੍ਰਭ ਆਪੇ ਮੇਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸੰਖੇਪ ਦੇ ਵਿੱਚ ਇਸ ਫਰਮਾਨ ਦੇ 5 ਬੰਦਾਂ ਦੀ ਵਿਚਾਰ ਕਰਾਈ ਹੈ। ਤਿੰਨਾਂ ਦੀ ਵਿਚਾਰ ਆਪਾਂ ਕੱਲ ਦੇ ਦੀਵਾਨ 'ਚ ਕਰਾਂਗੇ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ। ਅਰਦਾਸ ਕਰਿਓ ਸਤਿਗੁਰ ਇਸ ਸੁਣਾਉਣ ਵਾਲੇ ਕੂਕਰ ਨੂੰ ਕਥਨੀ ਤੇ ਕਰਨੀ ਦਾ ਜੀਵਨ ਬਖਸ਼ਣ। ਹੋਈਆਂ ਭੁੱਲਾਂ ਦੀ ਮਾਫੀ ਦਿਓ ਅਸੀਸ। ਕਰੋ ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।